ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ। ਜੈ ਗੁਰਦੇਵ, ਧੰਨ ਗੁਰਦੇਵ। ਸਾਧ ਸੰਗਤ ਜੀ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਪਾਵਨ ਪਵਿੱਤਰ ਸ਼ਲੋਕ ਵੀ ਦਰਜ ਕੀਤੇ ਨੇ। ਆਓ ਸਾਧ ਸੰਗਤ ਜੀ, ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਲੋਕ ਪੜ੍ਹਦੇ ਹਾਂ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸ਼ਲੋਕਾਂ ਦੇ ਵਿੱਚ ਪਾਵਨ ਪਵਿੱਤਰ ਸ਼ਲੋਕ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਕੀ ਸਮਝਾ ਰਹੇ ਨੇ। ਕਿਉਂਕਿ ਸਾਧ ਸੰਗਤ ਜੀ, ਜਿੰਨੀ ਵੀ ਸਤਿਗੁਰਾਂ ਨੇ ਸਾਨੂੰ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਿੱਤੀ ਹੈ, ਉਹ ਸਾਨੂੰ ਜੀਵਨ ਦੀ ਜਾਂਚ ਹੀ ਦੱਸਦੀ ਹੈ ਕਿ ਭਾਈ ਅਸੀਂ ਜੀਵਨ ਜਿਉਣਾ ਕਿਵੇਂ ਹੈ, ਸੱਚ ਕੀ ਹੈ, ਝੂਠ ਕੀ ਹੈ, ਧਰਮ ਕੀ ਹੈ, ਅਸੀਂ ਕੀ ਕਰਨਾ ਹੈ ਤੇ ਕੀ ਨਹੀਂ ਜੇ ਕਰਨਾ। ਸੋ ਆਓ ਸਾਧ ਸੰਗਤ ਜੀ, ਮਨ ਬਿਰਤੀਆਂ ਜੋੜ ਕੇ ਬੈਠੋ, ਸਤਿਗੁਰਾਂ ਦੇ ਚਰਨਾਂ ਵਿੱਚ ਧਿਆਨ ਲਗਾਈਏ ਤੇ ਸਮਝੀਏ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ ਸ਼ਲੋਕਾਂ ਦੇ ਵੀ ਸਾਨੂੰ ਕੀ ਸਮਝਾ ਰਹੇ ਨੇ। ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੋ ਜਗ ਜਾਹਿੰਗੇ ਸਤ ਪਾਖੈ ਰਵਿਦਾਸ। ਸਾਧ ਸੰਗਤ ਜੀ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਹਿਲੇ ਪਾਵਨ ਪਵਿੱਤਰ ਸ਼ਲੋਕ ਵੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਉਹ ਸਾਰੀ ਦੁਨੀਆ ਦਾ ਮਾਲਕ ਜੋ ਸਾਡੇ ਸਰੀਰ ਦੇ ਵਿੱਚ ਬੈਠਾ ਹੈ, ਹਰ ਜੀਵ ਦੇ ਵਿੱਚ ਹੈ, ਉਸ ਨੂੰ ਛੱਡ ਕੇ ਜਦੋਂ ਅਸੀਂ ਇੱਧਰ ਉੱਧਰ ਭਟਕਦੇ ਹਾਂ, ਐਸੇ ਜੋ ਜੀਵ ਨੇ ਜੋ ਆਪਣੇ ਅੰਦਰ ਬੈਠੇ ਪ੍ਰਮਾਤਮਾ ਨੂੰ ਛੱਡ ਕੇ ਇੱਧਰ ਉੱਧਰ ਦੌੜ ਰਹੇ ਨੇ, ਸਤਿਗੁਰ ਜੀ ਫਰਮਾਉਂਦੇ ਨੇ ਕਿ ਭਾਈ ਐਸੇ ਜੀਵ ਨਰਕਾਂ ਦੇ ਭਾਗੀ ਬਣਦੇ ਨੇ। ਇਹ ਇੱਕ ਅਟਲ ਸੱਚਾਈ ਹੈ ਕਿ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਕਿ ਸਾਧ ਸੰਗਤ ਜੀ ਆਪਣੇ ਅੰਦਰ ਬੈਠੇ ਪ੍ਰਮਾਤਮਾ ਨੂੰ ਛੱਡ ਕੇ ਹਰ ਜੀਵ ਦੇ ਵਿੱਚ ਉਹ ਪਰਮ ਪਿਤਾ ਪ੍ਰਮਾਤਮਾ ਬੈਠਾ ਆ। ਹਰ ਜੀਵ ਉਸ ਪ੍ਰਮਾਤਮਾ ਦੀ ਅੰਸ਼ ਹੈ। ਸਾਧ ਸੰਗਤ ਜੀ, ਮਨ ਤੂ ਜੋਤ ਸਰੂਪ ਹੈ ਤੇ ਇੱਥੇ ਐਸਾ ਕੋਈ ਵੀ ਜੀਵ ਨਹੀਂ ਹੈ ਜਿਸ ਦੇ ਅੰਦਰ ਉਹ ਪਰਮ ਪਿਤਾ ਪ੍ਰਮਾਤਮਾ ਨਾ ਬੈਠਾ ਹੋਵੇ, ਉਸ ਦੀ ਜੋਤ ਨਾ ਜਗਦੀ ਹੋਵੇ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਉਹ ਹੀਰੇ ਵਰਗਾ ਪ੍ਰਮਾਤਮਾ ਜੋ ਤੇਰੇ ਅੰਦਰ ਬੈਠਾ ਆ, ਉਸ ਨੂੰ ਛੱਡ ਕੇ ਜੋ ਜੀਵ ਇੱਧਰ ਉੱਧਰ ਭਟਕਦਾ ਹੈ ਨਾ ਸਾਧ ਸੰਗਤ ਜੀ, ਉਹ ਐਸਾ ਜੀਵ ਨਰਕਾਂ ਦਾ ਭਾਗੀ ਬਣਦਾ ਆ। ਇਹ ਇੱਕ ਬਹੁਤ ਵੱਡੀ ਸੱਚਾਈ ਹੈ। ਤੇ ਨਰ ਦੋ ਜਗ ਜਾਏਂਗੇ ਸਤ ਪਾਖੈ ਰਵਿਦਾਸ, ਕਿ ਹੇ ਸੰਸਾਰ ਦੇ ਲੋਕੋ ਮੈਂ ਸੱਚ ਕਹਿੰਦਾ ਹਾਂ, ਹੇ ਸੰਸਾਰ ਦੇ ਜੀਵੋ ਮੈਂ ਸੱਚ ਕਹਿ ਰਿਹਾ ਹਾਂ ਕਿ ਜੋ ਆਪਣੇ ਅੰਦਰ ਬੈਠੇ ਪ੍ਰਮਾਤਮਾ ਨੂੰ ਭੁੱਲ ਗਿਆ ਹੈ, ਜੋ ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ ਨਹੀਂ ਜੇ ਜੁੜਿਆ, ਉਹ ਨਰਕਾਂ ਦਾ ਭਾਗੀ ਬਣਦਾ ਹੈ। ਕਿਉਂਕਿ ਸਾਧ ਸੰਗਤ ਜੀ, ਜਿੰਨੇ ਵੀ ਸਾਡੇ ਮਹਾਪੁਰਸ਼ ਹੋਏ ਨੇ, ਜਿੰਨੇ ਵੀ ਸਾਡੇ ਗੁਰੂ ਹੋਏ ਨੇ, ਸਭਨਾਂ ਦਾ ਇੱਕੋ ਹੀ ਫਰਮਾਨ ਹੈ, ਸਭ ਕੁਝ ਕਰਮੈ ਬਾਹਰ ਨਾਹੀ, ਬਾਹਰ ਢੋਲੇ ਸੋ ਭਰਮ ਭੁਲਾਈ, ਕਿ ਹੇ ਜੀਵ ਜੋ ਕੁਛ ਹੈ ਉਹ ਤੇਰੇ ਅੰਦਰ ਹੀ ਹੈ, ਬਾਹਰ ਕੁਛ ਨਹੀਂ ਜੇ ਮਿਲਣਾ। ਸਾਧ ਸੰਗਤ ਜੀ, ਸਾਨੂੰ ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੈ ਹੋਏ ਸੋ ਹੋਏ, ਕਿ ਜਿਸ ਪ੍ਰਮਾਤਮਾ ਨੂੰ ਅਸੀਂ ਜੰਗਲਾਂ ਪਹਾੜਾਂ ਦੇ ਵਿੱਚ ਲੱਭਦੇ ਫਿਰਦੇ ਹਾਂ, ਜਿਸ ਪ੍ਰਮਾਤਮਾ ਨੂੰ ਅਸੀਂ ਧਾਰਮਿਕ ਸਥਾਨਾਂ ਤੇ ਲੱਭਦੇ ਫਿਰਦੇ ਹਾਂ, ਜਿਸ ਪ੍ਰਮਾਤਮਾ ਨੂੰ ਅਸੀਂ ਤੀਰਥ ਸਥਾਨਾਂ ਤੇ ਲੱਭਦੇ ਫਿਰਦੇ ਹਾਂ, ਸਤਿਗੁਰੂ ਰਵਿਦਾਸ ਮਹਾਰਾਜ ਜੀ ਤਾਂ ਫਰਮਾਉਂਦੇ ਨੇ ਕਿ ਭਾਈ ਉਹ ਹੱਥ ਤੋਂ ਵੀ ਨੇੜੇ ਰਹਿੰਦਾ ਹੈ। ਕਹਿ ਰਵਿਦਾਸ ਹਾਥ ਪੈ ਨੇਰੈ। ਤੇ ਸਾਧ ਸੰਗਤ ਜੀ, ਹਰ ਜੀਵ ਦੇ ਵਿੱਚ ਉਹ ਪਰਮ ਪਿਤਾ ਪ੍ਰਮਾਤਮਾ ਬੈਠਾ ਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਇ। ਰਵਿਦਾਸ ਹਮਾਰੋ ਰਾਮ ਜੀ, ਦਸਰਤ ਕਰ ਸੁਤ ਨਾਹਿ। रविदास हमारे राम जी, दशरथ कर सुत नाहे। राम हमी मैं रम रयो, विषव कुटुंब माहे। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ ਸ਼ਲੋਕ ਵੀ ਸਮਝਾ ਰਹੇ ਨੇ ਕਿ ਭਾਈ ਮੈਂ ਰਾਮ ਨਾਮ ਜਪਦਾ ਹਾਂ, ਪਰ ਮੇਰਾ ਰਾਮ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ। ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ। ਰਵਿਦਾਸ ਹਮਾਰੋ ਰਾਮ ਜੀ, ਦਸ਼ਰਥ ਕਰ ਸੁਤ ਨਾਏ, ਕਿ ਭਾਈ ਮੈਂ ਰਾਮ ਨਾਮ ਦਾ ਉਚਾਰਨ ਤਾਂ ਕਰਦਾ ਹਾਂ, ਪਰ ਮੇਰਾ ਜੋ ਰਾਮ ਹੈ, ਜਿਸ ਰਾਮ ਦੀ ਮੈਂ ਪੂਜਾ ਕਰਦਾ ਹਾਂ, ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈਓ ਮੇਰਾ ਰਾਮ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ। ਮੇਰਾ ਰਾਮ ਤਾਂ ਉਹ ਹੈ ਜੋ ਹਰ ਜੀਵ ਦੇ ਵਿੱਚ ਬੈਠਾ ਆ। ਰਾਮ ਹਮੀ ਮੈਂ ਰਮ ਰਿਓ, ਵਿਸ਼ਵ ਕੁਟੁੰਬ ਮਾਹੇ। ਮੇਰਾ ਰਾਮ ਸਰਵ ਵਿਆਪਕ ਹੈ
ਤੇ ਐਸਾ ਰਾਮ ਹਿਰਦੇ ਵਿੱਚ ਸੰਸਾਰ ਰੂਪੀ ਪਰਿਵਾਰ ਵੀ ਸਮਾਇਆ ਹੋਇਆ ਹੈ। ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ, ਸਭ ਮੇਂ ਹਰ ਹੈ, ਹਰ ਮੇਂ ਸਭ ਹੈ, ਹਰ ਆਪਣੋ ਜਿਨ ਜਾਨਾ। ਕਿ ਭਾਈ ਐਸਾ ਕੋਈ ਜੀਵ ਨਹੀਂ ਹੈ ਇਸ ਧਰਤੀ ਦੇ ਉੱਪਰ ਜਿਸ ਦੇ ਅੰਦਰ ਉਹ ਪਰਮ ਪਿਤਾ ਪ੍ਰਮਾਤਮਾ ਦੀ ਜੋਤ ਨਾ ਜਗਦੀ ਹੋਵੇ, ਉਹ ਪ੍ਰਮਾਤਮਾ ਨਾ ਬੈਠਾ ਹੋਵੇ। ਜਿਵੇਂ ਸਤਿਗੁਰੂ ਨਾਮਦੇਵ ਮਹਾਰਾਜ ਜੀ ਫਰਮਾਉਂਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿ ਭਾਈ ਇਸ ਸੰਸਾਰ ਦੇ ਵਿੱਚ ਕੋਈ ਐਸਾ ਜੀਵ ਨਹੀਂ ਹੈ ਜਿਸ ਦੇ ਅੰਦਰ ਪ੍ਰਮਾਤਮਾ ਨਾ ਬੈਠਾ ਹੋਵੇ। ਰਵਿਦਾਸ ਹਮਾਰੋ ਰਾਮ ਤੋ ਸਕਲ ਰਹਿਓ ਭਰਪੂਰ, ਰੋਮ ਰੋਮ ਮੈਂ ਰਮ ਰਿਓ, ਰਾਮ ਮਸ਼ੂਕ ਨਾ ਦੂਰ। ਸਾਧ ਸੰਗਤ ਜੀ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਮੇਰਾ ਰਾਮ ਤਾਂ ਸਾਰੇ ਬ੍ਰਹਿਮੰਡ ਦੇ ਕਣ ਕਣ ਵਿੱਚ ਸਮਾਇਆ ਹੋਇਆ ਆ। ਪਤੀ ਪ੍ਰਮਾਤਮਾ ਆਪਣੀ ਸਾਧਕ ਰੂਪੀ ਸੁਹਾਗਣ ਇਸਤਰੀ ਤੋਂ ਕਦੇ ਦੂਰ ਨਹੀਂ ਜਾਂਦਾ। ਜਿਵੇਂ ਜੀਵ ਸੋਚਦਾ ਆ ਕਿ ਮੇਰੇ ਤੇ ਪ੍ਰਮਾਤਮਾ ਵਿੱਚ ਫਰਕ ਹੈ, ਪ੍ਰਮਾਤਮਾ ਦੂਰ ਪਹਾੜਾਂ ਵਿੱਚ ਵਸਦਾ ਹੈ, ਤੇ ਸਤਿਗੁਰੂ ਜੀ ਫਰਮਾਉਂਦੇ ਨਹੀਂ, ਉਹ ਚੱਲਿਆ, ਉਹ ਪ੍ਰਮਾਤਮਾ ਤੇਰੇ ਅੰਦਰ ਬੈਠਾ ਹੈ, ਤੇਰੇ ਹੱਥ ਤੋਂ ਵੀ ਨੇੜੇ ਹੈ। ਤੇ ਬਹੁਤੇ ਜੀਵ ਸੋਚਦੇ ਨੇ ਸਾਧ ਸੰਗਤ ਜੀ ਪ੍ਰਮਾਤਮਾ ਤੇ ਜੀਵ ਅਲੱਗ-ਅਲੱਗ ਨੇ, ਪਰ ਪਤਾ ਹੈ ਸਾਧ ਸੰਗਤ ਜੀ ਸਤਿਗੁਰੂ ਜੀ ਸਾਨੂੰ ਕੀ ਸਮਝਾ ਰਹੇ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜੋ ਪੇ ਹਮ ਨਾ ਪਾਪ ਕਰੰਤਾ ਇਹ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਦਾ। ਕਿ ਹੇ ਜੀਵ, ਤੇਰੇ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ। ਜਿਵੇਂ ਸੋਨਾ ਤੇ ਸੋਨੇ ਤੋਂ ਬਣੇ ਗਹਿਣੇ ਸਾਧ ਸੰਗਤ ਜੀ ਅਲੱਗ-ਅਲੱਗ ਨਹੀਂ ਜੀ ਹੁੰਦੇ। ਜਦੋਂ ਆਪਾਂ ਗਹਿਣਿਆਂ ਨੂੰ ਢਾਲਦੇ ਆਂ ਤਾਂ ਉਹ ਸੋਨਾ ਹੀ ਬਣ ਜਾਂਦੇ ਨੇ। ਜਿਵੇਂ ਸਮੁੰਦਰ ਦਾ ਪਾਣੀ ਤੇ ਉਸ ਤੋਂ ਬਣੀ ਲਹਿਰ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਜਦੋਂ ਲਹਿਰ ਉੱਪਰ ਉੱਠਦੀ ਹੈ ਸਾਧ ਸੰਗਤ ਜੀ, ਉਸ ਨੂੰ ਲੱਗਦਾ ਕਿ ਉਸ ਦਾ ਅਲੱਗ ਆਕਾਰ ਹੈ, ਪਰ ਜਦੋਂ ਲਹਿਰ ਸ਼ਾਂਤ ਹੁੰਦੀ ਹੈ ਫਿਰ ਸਮੁੰਦਰ ਦੇ ਪਾਣੀ ਵਿੱਚ ਮਿਲ ਜਾਂਦੀ ਹੈ। ਐਸੇ ਪ੍ਰਕਾਰ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਹੇ ਜੀਵ, ਤੇਰੇ ਤੇ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਕਿ ਤੇਰੇ ਤੇ ਉਸ ਪਰਮਪਿਤਾ ਪ੍ਰਮਾਤਮਾ ਤੇ ਕੋਈ ਭੇਦ ਨਹੀਂ ਹੈ, ਪਰ ਇਹ ਜੀਵ ਸੋਚਦਾ ਕਿ ਪ੍ਰਮਾਤਮਾ ਮੇਰੇ ਤੋਂ ਅਲੱਗ ਹੈ। ਨਹੀਂ ਸਾਧ ਸੰਗਤ ਜੀ, ਸਤਿਗੁਰ ਪੀਪਾ ਮਹਾਰਾਜ ਜੀ ਫਰਮਾਉਂਦੇ ਨੇ, ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੈ। ਕਿ ਭਾਈ ਜੋ ਪ੍ਰਮਾਤਮਾ ਬ੍ਰਹਮੰਡ ਦੇ ਵਿੱਚ ਹੈ, ਉਹੀ ਪ੍ਰਮਾਤਮਾ ਸਾਡੇ ਸਰੀਰ ਦੇ ਵਿੱਚ ਹੈ, ਪਰ ਮਿਲਦਾ ਕਿਸ ਨੂੰ ਹੈ ਸਾਧ ਸੰਗਤ ਜੀ, ਜੋ ਆਪਣੇ ਸਰੀਰ ਦੀ ਖੋਜ ਕਰਦਾ ਹੈ। ਤੇ ਸਤਿਗੁਰਾਂ ਦਾ ਵੀ ਇਹੀ ਫਰਮਾਨ ਹੈ, ਅਪਤਨ ਕਾ ਜੋ ਕਰੈ ਵਿਚਾਰ, ਤਿਸ ਨਹੀਂ ਜਮ ਕੰਕਰ ਕਰੈ ਖੁਆਰ। ਕਿ ਭਾਈ ਜੋ ਆਪਣੇ ਸਰੀਰ ਦੀ ਵਿਚਾਰ ਕਰਦਾ ਆ, ਉਸ ਨੂੰ ਫਿਰ ਜਮਾਂ ਦਾ ਡਰ ਨਹੀਂ ਜੇ ਰਹਿੰਦਾ। ਜੋ ਸੱਚ ਦੇ ਮਾਰਗ ਤੇ ਚੱਲਦਾ ਹੈ ਨਾ ਸਾਧ ਸੰਗਤ ਜੀ, ਉਹ ਜਮਦੂਤਾਂ ਤੋਂ ਡਰਦਾ ਨਹੀਂ ਹੈ। ਮੋਹਿ ਜਮ ਡੰਡ ਨ ਲਾ ਗਈ, ਤਜਲੇ ਸਰਬ ਜੰਜਾਲ। ਕਿ ਭਾਈ ਜਮਦੂਤਾਂ ਦਾ ਡਰ ਉਹਨਾਂ ਨੂੰ ਲੱਗਦਾ ਜੋ ਬੇਈਮਾਨੀਆਂ ਕਰਦੇ ਨੇ। ਜਮਦੂਤਾਂ ਤੋਂ ਡਰ ਉਹਨਾਂ ਨੂੰ ਲੱਗਦਾ ਸਾਧ ਸੰਗਤ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਦਵੈਸ਼ ਹੈ, ਜੋ ਆਪਣਿਆਂ ਨੂੰ ਧੋਖਾ ਦਿੰਦੇ ਨੇ, ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ੇ ਤੇ ਲਾ ਰਹੇ ਨੇ, ਨਸ਼ਾ ਵੇਚਦੇ ਨੇ, ਕੋਈ ਨਕਲੀ ਖਾਣ ਪੀਣ ਦੀਆਂ ਸਾਧ ਸੰਗਤ ਜੀ, ਕੋਈ ਦਵਾਈਆਂ ਵੇਚ ਰਿਹਾ, ਕੋਈ ਮਠਾਈਆਂ ਵੇਚ ਰਿਹਾ ਹੈ, ਜੋ ਸਮਾਜ ਦੇ ਨਾਲ ਧੋਖਾ ਕਰਦਾ ਸਾਧ ਸੰਗਤ ਜੀ, ਜੀਵਾਂ ਨੂੰ ਗੁੰਮਰਾਹ ਕਰ ਰਿਹਾ ਆ, ਬੇਈਮਾਨੀਆਂ ਕਰਦਾ ਆ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ ਦੋਰਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਸਾਧ ਸੰਗਤ ਜੀ, ਐਸੇ ਜੀਵ ਜੋ ਸਾਰੀ ਉਮਰ ਮਾਇਆ ਦੇ ਪਿੱਛੇ ਭੱਜਦੇ ਨੇ, ਮਾਇਆ ਕਮਾਉਣ ਵਾਸਤੇ ਠੱਗੀ ਠੋਰੀਆਂ ਕਰਦੇ ਨੇ, ਬੇਈਮਾਨੀਆਂ ਕਰਦੇ ਨੇ, ਤੇ ਜਦੋਂ ਮਾਇਆ ਪ੍ਰਾਪਤ ਹੁੰਦੀ ਹੈ ਬੜੇ ਖੁਸ਼ ਹੁੰਦੇ ਨੇ। ਉਹੀ ਪੈਸਾ ਜਦੋਂ ਉਹਨਾਂ ਤੋਂ ਦੂਰ ਜਾਂਦਾ ਆ, ਸਤਿਗੁਰੂ ਜੀ ਫਰਮਾਉਂਦੇ ਭਾਈ ਐਸੇ ਜੀਵ ਰੋਂਦੇ ਨੇ, ਕੁਰਲਾਉਂਦੇ ਨੇ। ਐਸੇ ਜੀਵਾਂ ਨੂੰ ਸਤਿਗੁਰੂ ਜੀ ਫਰਮਾਉਂਦੇ ਭਾਈ ਜਮਦੂਤਾਂ ਦਾ ਡਰ ਲੱਗਦਾ ਆ, ਪਰ ਜੋ ਸੱਚ ਦੇ ਮਾਰਗ ਤੇ ਚੱਲਦਾ ਆ, ਸਾਧ ਸੰਗਤ ਜੀ ਜੋ ਆਪਣੇ ਗੁਰੂ ਦੇ ਦਿਖਾਏ ਮਾਰਗ ਤੇ ਚੱਲਦਾ ਆ, ਐਸੇ ਜੀਵਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਭਾਈ ਫਿਰ ਜਮਦੂਤਾਂ ਦਾ ਡਰ ਨਹੀਂ ਰਹਿੰਦਾ। ਸਰਵ ਵਿਆਪਕ ਰਾਮ ਹੈ, ਨਾਹੇ ਕੋ ਇਕ ਠਾਮ, ਸਤਿਗੁਰ ਸਾਹਿਬ ਸਖਾ ਪਿਓ, ਰਵਿਦਾਸ ਹਮਾਰੋ ਰਾਮ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਪ੍ਰਭੂ ਰਾਮ ਸਰਵ ਵਿਆਪਕ ਹੈ, ਉਸ ਦੇ ਰਹਿਣ ਦਾ ਕੋਈ ਇੱਕ ਟਿਕਾਣਾ ਨਹੀਂ ਹੈ।
ਤੇ ਸਤਿਗੁਰਾਂ ਦੀ ਕਿਰਪਾ ਨਾਲ, ਜਦੋਂ ਗੁਰਾਂ ਦੀ ਕਿਰਪਾ ਹੁੰਦੀ ਨਾ ਸਾਧ ਸੰਗਤ ਜੀ, ਸਾਨੂੰ ਹਰ ਜੀਵ ਦੇ ਵਿੱਚ ਉਹ ਪਰਮ ਪਿਤਾ ਪ੍ਰਮਾਤਮਾ ਦਿਖਾਈ ਦਿੰਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰ ਇਹ ਅਵਸਥਾ ਉਦੋਂ ਬਣਦੀ ਹੈ ਜਦੋਂ ਅਸੀਂ ਗੁਰਾਂ ਦੇ ਦਿਖਾਏ ਮਾਰਗ ਤੇ ਚੱਲਦੇ ਹਾਂ। ਜਦੋਂ ਅਸੀਂ ਆਪਣੇ ਮਨ ਦੇ ਵਿੱਚੋਂ ਵਹਿਮ ਭਰਮ ਅਡੰਬਰ ਪਖੰਡ ਕੱਢ ਦਿੰਦੇ ਨਾ ਸਾਧ ਸੰਗਤ ਜੀ, ਤੇ ਜੋ ਸਤਿਗੁਰਾਂ ਨੇ ਸਾਨੂੰ ਗੁਰੂ ਮੰਤਰ ਦਿੱਤਾ ਉਸ ਦੀ ਕਮਾਈ ਕਰਦੇ ਹਾਂ। ਫਿਰ ਇਹ ਅਵਸਥਾ ਬਣਦੀ ਹੈ ਕਿ ਹਰ ਜੀਵ ਦੇ ਵਿੱਚ ਪ੍ਰਮਾਤਮਾ ਦਿਖਾਈ ਦਿੰਦਾ ਆ। ਸਰਵ ਨਿਵਾਸੀ ਰਾਮ ਜੋ ਸਭ ਗਟ ਰਿਓ ਸਮਾਏ, ਰਵਿਦਾਸ ਨਾਮ ਚਕਮਕ ਬਿਨਾ ਹੱਕ ਨੂਰ ਦ੍ਰਿਸ਼ਟਾਏ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਰਾਮ ਤਾਂ ਸਰਵ ਨਿਵਾਸੀ ਹੈ, ਸੰਸਾਰ ਦੇ ਘਟ ਘਟ ਵਿੱਚ ਸਮਾਇਆ ਹੋਇਆ ਆ। ਉਹ ਕਿਸੇ ਇੱਕ ਮੰਦਿਰ ਦੇ ਵਿੱਚ, ਕਿਸੇ ਇੱਕ ਸਥਾਨ ਤੇ ਨਹੀਂ ਜੇ ਰਹਿੰਦਾ ਸਾਧ ਸੰਗਤ ਜੀ। ਜੇ ਆਪਾਂ ਇਹ ਕਹਿ ਦਈਏ ਕਿ ਭਾਈ ਉਸ ਧਾਰਮਿਕ ਸਥਾਨ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਨਹੀਂ, ਉਹ ਚੱਲਿਆ, ਉਹ ਤੇਰੇ ਅੰਦਰ ਹੀ ਬੈਠਾ ਆ। ਤੇ ਸਾਧ ਸੰਗਤ ਜੀ, ਇੱਕ ਬਹੁਤ ਵੱਡੀ ਸੱਚਾਈ ਹੈ, ਗੁਰਬਾਣੀ ਦਾ ਫਰਮਾਨ ਹੈ ਕਿ ਜਦੋਂ ਵੀ ਸਾਨੂੰ ਸੱਚ ਮਿਲਣਾ ਹੈ, ਸਾਨੂੰ ਸਰੀਰ ਦੇ ਵਿੱਚੋਂ ਹੀ ਮਿਲਣਾ ਹੈ। ਜਦੋਂ ਵੀ ਸਾਨੂੰ ਉਹ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਹੈ, ਉਹ ਸਾਨੂੰ ਸਰੀਰ ਦੇ ਵਿੱਚੋਂ ਹੀ ਹੋਣੀ ਹੈ। ਸਭ ਕੁਝ ਕਰਮੈ ਬਾਹਰ ਨਾਹੀਂ, ਬਾਹਰ ਢੋਲੇ ਸੋ ਭਰਮ ਭੁਲਾਈ। ਜੈ ਕਾਰਨ ਤੜ ਤੀਰਥ ਜਾਈ, ਰਤਨ ਪਦਾਰਥ ਕਟਹੀ ਮਾਈ। ਤੇ ਸਾਧ ਸੰਗਤ ਜੀ, ਜੋ ਪਰਮ ਪਿਤਾ ਪ੍ਰਮਾਤਮਾ ਦੀ ਜੋਤ ਆ, ਉਹ ਹਰ ਜੀਵ ਦੇ ਵਿੱਚ ਬੈਠੀ ਹੈ, ਹਰ ਜੀਵ ਦੇ ਵਿੱਚ ਜਗਦੀ ਹੈ। ਪਰ ਉਸ ਦਾ ਅਨੁਭਵ ਉਦੋਂ ਹੀ ਹੁੰਦਾ ਜਦੋਂ ਗੁਰੂ ਦਾ ਗਿਆਨ ਹੁੰਦਾ ਹੈ। ਪਰਮ ਪਰਸ ਗੁਰ ਭੇਟੀਐ, ਪੂਰਬ ਲਿਖਤ ਲਿਲਾਟ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜਦੋਂ ਅਸੀਂ ਗੁਰੂਆਂ ਦੇ ਦਿਖਾਏ ਮਾਰਗ ਤੇ ਚੱਲਦੇ ਹਾਂ, ਤਾਂ ਸਾਡੇ ਮਨ ਦੇ ਵਿੱਚ ਜੋ ਜਨਮਾਂ ਜਨਮਾਂਤਰਾਂ ਦੇ ਕਪਾਟ ਬੰਦ ਪਏ ਨੇ ਨਾ ਸਾਧ ਸੰਗਤ ਜੀ, ਅਗਿਆਨਤਾ ਕਰਕੇ ਸਾਡੇ ਮਨ ਦੇ ਜੋ ਦਰਵਾਜ਼ੇ ਬੰਦ ਪਏ ਨੇ ਜਨਮਾਂ ਜਨਮਾਂਤਰਾਂ ਦੇ, ਜਦੋਂ ਗੁਰੂ ਦਾ ਗਿਆਨ ਮਿਲਦਾ ਆ, ਇਹ ਜੋ ਵਹਿਮਾ ਭਰਮਾ ਅਡੰਬਰਾ ਪਖੰਡਾ ਦਾ ਹਨੇਰਾ ਹੈ, ਦੂਰ ਹੋ ਜਾਂਦਾ ਹੈ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਜਿਆਰੋ ਪਵਨ ਸਗਲਾਰੇ। ਸਾਧ ਸੰਗਤ ਜੀ, ਸਤਿਗੁਰੂ ਜੀ ਕੋਈ ਦੁਨਿਆਵੀ ਜੋਤ ਦੀ ਗੱਲ ਨਹੀਂ ਜੇ ਕਰਦੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਤਾਂ ਫਰਮਾਉਂਦੇ ਨੇ ਭਾਈ ਗਿਆਨ ਦੀ ਜੋਤ ਜਗਾਓ, ਨਾਮ ਦੀ ਜੋਤ ਜਗਾਓ। ਤੇ ਜਿਸ ਜੀਵ ਦੇ ਅੰਦਰ ਸਤਿਗੁਰੂ ਜੀ ਫਰਮਾਉਂਦੇ ਭਾਈ ਗਿਆਨ ਦੀ ਜੋਤ ਜਗਦੀ ਹੈ, ਜਿਸ ਜੀਵ ਦੇ ਅੰਦਰ ਨਾਮ ਦੀ ਜੋਤ ਜਗਦੀ ਹੈ, ਉਸ ਦੇ ਮਨ ਦੇ ਵਿੱਚ ਜੋ ਜਨਮਾਂ ਜਨਮਾਂਤਰਾਂ ਦਾ ਅਗਿਆਨਤਾ ਦਾ ਹਨੇਰਾ ਆ, ਉਹ ਦੂਰ ਹੁੰਦਾ ਹੈ। ਤੇ ਸਾਧ ਸੰਗਤ ਜੀ, ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਹਰ ਰੋਜ਼ ਆਵਾਜ਼ਾਂ ਮਾਰਦੇ ਨੇ, ਕਿਆ ਤੂੰ ਸੋਇਆ ਜਾਗ ਏ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਕਿ ਹੇ ਜੀਵ ਤੂੰ ਉੱਠ। ਤੇ ਸਤਿਗੁਰੂ ਜੀ ਕਿਸ ਨੀਂਦ ਤੋਂ ਜਗਾਉਂਦੇ ਨੇ ਸਾਧ ਸੰਗਤ ਜੀ? ਅਗਿਆਨਤਾ ਦੀ ਨੀਂਦ ਤੋਂ। ਅਸੀਂ ਇਨਸਾਨੀ ਜਾਮਾ ਲੈ ਕੇ ਭੁੱਲ ਗਏ ਆ ਕਿ ਅਸੀਂ ਇਨਸਾਨ ਆ ਤੇ ਬਹੁਤ ਸਾਰੇ ਸਾਡੇ ਫਰਜ਼ ਨੇ। ਅਸੀਂ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੀ ਨੀਂਦ ਦੇ ਵੀ ਸੁੱਤੇ ਪਏ ਆ ਸਾਧ ਸੰਗਤ ਜੀ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਜਿਵੇਂ ਪਾਣੀ ਦੇ ਵਿੱਚ ਮਧਾਣੀ ਪਾ ਲਈਏ ਨਾ ਆਪਾਂ, ਸਾਧ ਸੰਗਤ ਜੀ ਕੁਝ ਨਹੀਂ ਜੇ ਪ੍ਰਾਪਤ ਹੋਣਾ। ਐਸੇ ਤਰ੍ਹਾਂ ਅਡੰਬਰਾਂ ਪਖੰਡਾਂ ਦੇ ਵਿੱਚ, ਮੈਂ ਮੇਰੀ ਦੇ ਹੰਕਾਰ ਦੇ ਵਿੱਚ ਕੁਝ ਨਹੀਂ ਜੇ ਮਿਲਦਾ। ਸਰਵ ਨਿਵਾਸੀ ਰਾਮ ਜੋ ਘਟ ਘਟ ਰਿਓ ਸਮਾਏ, ਰਵਿਦਾਸ ਨਾਮ ਚਕਮਕ ਬਿਨਾ ਹੱਕ ਨੂਰ ਦ੍ਰਿਸ਼ਟਾਏ। ਕਿ ਭਾਈ ਜਦੋਂ ਤੱਕ ਪ੍ਰਭੂ ਨਾਮ ਰੂਪੀ ਚਕਮਕ ਪੱਤਰ ਦੇ ਨਾਲ ਆਪਣੇ ਹਿਰਦੇ ਨੂੰ ਨਹੀਂ ਜੇ ਰਗੜਿਆ ਜਾਂਦਾ, ਭਾਵ ਜਦੋਂ ਤੱਕ ਅਸੀਂ ਸੱਚ ਦੇ ਮਾਰਗ ਤੇ ਨਹੀਂ ਜੇ ਚੱਲਦੇ, ਜਦੋਂ ਤੱਕ ਅਸੀਂ ਜੀਬਾਂ ਨਾਲ ਉਸ ਪ੍ਰਮਾਤਮਾ ਦਾ ਸੋਹੰਗ ਸਤਨਾਮ ਜਾਪ ਨਹੀਂ ਜੇ ਕਰਦੇ, ਸਾਧ ਸੰਗਤ ਜੀ ਸਾਨੂੰ ਆਪਣੇ ਅੰਦਰੋਂ ਪਰਮ ਪਿਤਾ ਪ੍ਰਮਾਤਮਾ ਨਹੀਂ ਜੇ ਪ੍ਰਾਪਤ ਹੁੰਦਾ, ਨਹੀਂ ਜੇ ਉਸ ਦੀ ਜੋਤ ਦਿਖਦੀ। ਜਦੋਂ ਤੱਕ ਅਸੀਂ ਗੁਰਾਂ ਦੇ ਦਿਖਾਏ ਮਾਰਗ ਤੇ ਨਹੀਂ ਜੇ ਚੱਲਦੇ। ਤੇ ਸਾਧ ਸੰਗਤ ਜੀ ਸਾਨੂੰ ਗੁਰਾਂ ਨੇ ਕਿਹੜਾ ਮਾਰਗ ਦਿਖਾਇਆ ਆ? ਸਤਿਗੁਰੂ ਜੀ ਫਰਮਾਉਂਦੇ ਨੇ, ਜੀਬਾ ਸੋ ਓੰਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ ਕਹਿ ਰਵਿਦਾਸ ਵਿਚਾਰ। ਇਹ ਰਸਤਾ ਸਾਨੂੰ ਸਤਿਗੁਰੂ ਜੀ ਦਿਖਾ ਰਹੇ ਨੇ ਕਿ ਭਾਈ ਹੱਥਾਂ ਨਾਲ ਕਿਰਤ ਕਰੋ, ਜੀਬਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰੋ, ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਇਸ ਸਰੀਰ ਦੇ ਵਿੱਚ ਮਿਲ ਜਾਵੇਗਾ। ਸਭ ਗਟ ਮੇਰਾ ਸਾਈਆਂ, ਜਲਵਾ ਰਿਓ ਦਿਖਾਏ, ਰਵਿਦਾਸ ਨਗਰ ਮੈਂ ਰਮ ਰਿਓ, ਕਬੂ ਨਾ ਇਤ ਉਤ ਜਾਏ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਮੇਰਾ ਮਾਲਕ ਪ੍ਰਭੂ ਘਟ ਘਟ ਵਿੱਚ ਵਿਆਪਕ ਹੈ, ਉਹ ਆਪਣਾ ਕੋਤਕ ਦਿਖਾ ਰਿਹਾ ਹੈ, ਜਲਵਾ ਰਿਓ ਦਿਖਾਏ। ਰਵਿਦਾਸ ਨਗਰ ਮੈਂ ਰਮ ਰਿਓ, ਕਬੂ ਨਾ ਇਤ ਉਤ ਜਾਏ।
ਕਿ ਭਾਈ ਮੇਰਾ ਪ੍ਰਭੂ ਸੰਸਾਰ ਰੂਪੀ ਨਗਰ ਵਿੱਚ ਵਸਿਆ, ਉਹ ਕਦੇ ਵੀ ਵੱਖ ਹੋ ਕੇ ਇੱਧਰ ਉੱਧਰ ਨਹੀਂ ਜੇ ਜਾਂਦਾ, ਉਹ ਮੇਰੇ ਹਮੇਸ਼ਾ ਨਾਲ ਹੀ ਰਹਿੰਦਾ ਆ। ਸਭ ਕਟ ਮੈਂ ਰਮ ਰਿਓ ਰਵਿਦਾਸ ਹਮਾਰੋ RAM, सोई बूझै राम को जो होए राम गुलाम। ਸਾਧ ਸੰਗਤ ਜੀ ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਮੇਰਾ ਸਰਵ ਵਿਆਪੀ RAM ਸੰਸਾਰ ਦੇ ਸਾਰੇ ਜੀਵਾਂ ਵਿੱਚ ਵਸਿਆ ਹੋਇਆ ਹੈ। ਸਾਧ ਸੰਗਤ ਜੀ ਇੱਕ ਸਮਾਂ ਸੀ ਜਦੋਂ ਇੱਕ ਬਹੁਤ ਵੱਡੇ ਵਰਗ ਨੂੰ ਕਿਸੇ ਪ੍ਰਕਾਰ ਦਾ ਕੋਈ ਅਧਿਕਾਰ ਨਹੀਂ ਸੀ, ਨਾ ਸਮਾਜਿਕ ਅਧਿਕਾਰ, ਨਾ ਰਾਜਨੀਤਿਕ, ਨਾ ਧਾਰਮਿਕ। ਸਿੱਖਿਆ ਦੇ ਦਰਵਾਜ਼ੇ ਬੰਦ ਸਨ। ਸਾਧ ਸੰਗਤ ਜੀ ਦਰਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ। ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ ਕਿ ਭਾਈ ਇੱਕ ਸਮਾਂ ਸੀ ਜਦੋਂ ਲੋਕ ਸਾਡੀ ਦਸ਼ਾ ਦੇਖ ਕੇ ਹੱਸਦੇ ਸਨ, ਕਿਸੇ ਪ੍ਰਕਾਰ ਦਾ ਕੋਈ ਅਧਿਕਾਰ ਨਹੀਂ ਸੀ। ਤੇ ਸਾਧ ਸੰਗਤ ਜੀ ਜੋ ਪ੍ਰਮਾਤਮਾ ਦਾ ਨਾਮ ਲੈਣ ਦੀ ਕੋਸ਼ਿਸ਼ ਵੀ ਕਰਦਾ ਸੀ ਉਸ ਨੂੰ ਤਸੀਹੇ ਦਿੱਤੇ ਜਾਂਦੇ ਸੀ। ਤੇ ਬੜਾ ਜ਼ੁਲਮ ਹੋਇਆ ਇੱਕ ਪੂਰੇ ਵਰਗ ਦੇ ਉੱਪਰ ਜਿਸ ਨੂੰ ਸ਼ੂਦਰ ਕਿਹਾ ਜਾਂਦਾ ਆ। ਤੇ ਸਾਧ ਸੰਗਤ ਜੀ ਜਿੰਨੇ ਵੀ ਕਿਰਤੀ ਵਰਗ ਸੀ ਸਭ ਨੂੰ ਸ਼ੂਦਰ, ਧੱਕੇ ਨਾਲ ਸ਼ੂਦਰ ਬਣਾ ਦਿੱਤਾ ਗਿਆ, ਜ਼ਬਰਦਸਤੀ। ਤੇ ਉਸ ਵੇਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਧ ਸੰਗਤ ਜੀ ਜਦੋਂ ਇਸ ਧਰਤੀ ਤੇ ਅਵਤਾਰ ਧਾਰਿਆ, ਇਸ ਜਗਤ ਦੇ ਵਿੱਚ ਆਏ, ਤੇ ਜਦੋਂ ਇਸ ਸੰਸਾਰ ਦੀ ਹਾਲਤ ਦੇਖੀ ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਕ੍ਰਾਂਤੀਕਾਰੀ ਬਿਗਲ ਵਜਾਇਆ। ਜਿਨ੍ਹਾਂ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਅੰਦਰ ਨਹੀਂ ਜੇ ਜਾਣ ਦਿੱਤਾ ਜਾਂਦਾ ਸੀ, ਜਿਨ੍ਹਾਂ ਲੋਕਾਂ ਨੂੰ ਸਿੱਖਿਆ ਪ੍ਰਾਪਤ ਨਹੀਂ ਜੇ ਕਰਨ ਦਿੱਤੀ ਜਾਂਦੀ ਸੀ, ਸਾਧ ਸੰਗਤ ਜੀ, ਤੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਭਾਈ ਧਾਰਮਿਕ ਸਥਾਨਾਂ ਤੇ ਜਾ ਕੇ ਅਸੀਂ ਕਰਨਾ ਵੀ ਕੀ ਹੈ, ਕਿਉਂਕਿ ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਹੀ ਬੈਠਾ ਆ। ਇਹ ਸੱਚ ਹੈ ਸਾਧ ਸੰਗਤ ਜੀ। ਜਿਸ ਵੇਲੇ ਮੰਦਿਰਾਂ ਦੇ ਦਰਵਾਜ਼ੇ ਬੰਦ ਸਨ ਉਸ ਵੇਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਸੀ, ਸਭ ਮੇ ਹਰ ਹੈ ਹਰ ਮੇ ਸਭ ਹੈ ਹਰ ਆਪਣੋ ਜਿਨ ਜਾਨਾ, ਕਿ ਭਾਈ ਪਰਮਾਤਮਾ ਕਿਸੇ ਦੀ ਬਾਪ ਦੀ ਮਲਕੀਅਤ ਨਹੀਂ ਹੈ। ਆਪਨ ਬਾਪੈ ਨਹੀਂ ਕਿਸੇ ਕੋ ਬਾਵਨ ਕੋ ਹਰ ਰਾਜਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਤੇ ਕਿਸੇ ਇੱਕ ਦਾ ਹੱਕ ਨਹੀਂ ਹੈ। ਉਹ ਪਰਮ ਪਿਤਾ ਪਰਮਾਤਮਾ ਕਿਸੇ ਬਾਪ ਦੀ ਮਲਕੀਅਤ ਨਹੀਂ ਹੈ, ਕੋਈ ਜ਼ਮੀਨ ਜਾਇਦਾਦ ਨਹੀਂ ਹੈ ਸਾਧ ਸੰਗਤ ਜੀ ਜਿਸ ਤੇ ਕਬਜ਼ਾ ਹੋ ਸਕੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਤਾਂ ਫਰਮਾਉਂਦੇ ਨੇ ਭਾਈ ਉਹ ਉਸੇ ਦਾ ਹੀ ਹੈ ਜੋ ਸੱਚ ਦੇ ਮਾਰਗ ਤੇ ਚੱਲਦਾ ਆ। ਪਰਮਾਤਮਾ ਉਸੇ ਦਾ ਹੀ ਹੈ ਸਾਧ ਸੰਗਤ ਜੀ ਜੋ ਆਪਣੇ ਅੰਦਰ ਅਪਤਨ ਕਾ ਜੋ ਕਰੈ ਵਿਚਾਰ, ਤਿਸਨੇ ਜਮ ਕੰਕਰ ਕਰੈ ਖੁਆਰ। ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਸਤਿਗੁਰੂ ਨਾਮਦੇਵ ਮਹਾਰਾਜ ਜੀ ਨੇ ਵੀ ਸਾਨੂੰ ਇਹੀ ਸਮਝਾਇਆ ਆ ਕਿ ਭਾਈ ਆਪਣੇ ਸਰੀਰ ਦੀ ਵਿਚਾਰ ਕਰੋ, ਤੇ ਐਸਾ ਕੋਈ ਜੀਵ ਨਹੀਂ ਹੈ ਜਿਸ ਦੇ ਅੰਦਰ ਪ੍ਰਮਾਤਮਾ ਨਾ ਬੈਠਾ ਹੋਵੇ। ਇਹ ਗੱਲ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉਦੋਂ ਸਮਝਾਈ ਜਦੋਂ ਸਾਡੇ ਲਈ ਧਾਰਮਿਕ ਦਰਵਾਜ਼ੇ ਬੰਦ ਸਨ, ਕਿ ਭਾਈ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਧ ਸੰਗਤ ਜੀ ਵੱਖ-ਵੱਖ ਸਥਾਨਾਂ ਦੀ ਯਾਤਰਾਵਾਂ ਕੀਤੀਆਂ, ਤੇ ਜਿੱਥੇ ਵੀ ਗਏ ਜੀਵਾਂ ਨੂੰ ਇਹੀ ਸਮਝਾਇਆ ਕਿ ਭਾਈ ਆਪਣੇ ਸਰੀਰ ਦੇ ਨਾਲ ਜੁੜੋ, ਇਹ ਬੜਾ ਪਾਵਨ ਪਵਿੱਤਰ ਸਰੀਰ ਹੈ। ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਆ, ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨੁਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰਿ ਕੀ ਸੇਵ। ਕਿ ਹੇ ਜੀਵ ਤੇਰਾ ਸਰੀਰ ਬੜਾ ਪਵਿੱਤਰ ਹੈ, ਇਹ ਬਾਰ-ਬਾਰ ਨਹੀਂ ਜੀ ਮਿਲਦਾ। ਇਹ ਤੇਰੇ ਤੇ ਉਸ ਪਰਮ ਪਿਤਾ ਪ੍ਰਮਾਤਮਾ ਦੀ ਕਿਰਪਾ ਹੋਈ ਹੈ, ਫਿਰ ਜਾ ਕੇ ਕਿਤੇ ਸਾਨੂੰ ਇਹ ਸਰੀਰ ਮਿਲਿਆ ਹੈ। ਦੁਰਲਭ ਜਨਮ ਪੁਨ ਫਲ ਪਾਇਓ ਬਿਰਥਾ ਜਾਤਾ ਵਿਵੇਕ। ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਸਮਝਾਉਂਦੇ ਨੇ ਸਾਧ ਸੰਗਤ ਜੀ ਕਿ ਭਾਈ ਇਹ ਵੱਡੇ ਕਰਮਾਂ ਦੇ ਨਾਲ ਸਾਨੂੰ ਇਹ ਸਰੀਰ ਮਿਲਿਆ ਆ। ਤੇ ਸਾਧ ਸੰਗਤ ਜੀ ਹੁਣ ਇਹ ਸਾਡਾ ਫਰਜ਼ ਬਣਦਾ ਹੈ ਕਿ ਸਰੀਰ ਦੇ ਨਾਲ ਅਸੀਂ ਸੱਚ ਦਾ ਰਸਤਾ ਚੁਣਨਾ ਆ, ਜੈਸੇ ਸਰੀਰ ਦੇ ਨਾਲ ਅਸੀਂ ਬੁਰਾ ਰਸਤਾ ਚੁਣਨਾ, ਸਾਡੇ ਤੇ ਹੁਣ ਨਿਰਭਰ ਕਰਦਾ ਆ ਕਿ ਭਾਈ ਅਸੀਂ ਗੁਰੂ ਵਾਲੇ ਬਣ ਕੇ ਅਸੀਂ ਗੁਰੂ ਦੇ ਦਿਖਾਏ ਰਸਤੇ ਤੇ ਚੱਲੀਏ, ਜਾਂ ਸਾਧ ਸੰਗਤ ਜੀ ਐਸੇ ਸਰੀਰ ਦੇ ਨਾਲ ਅਸੀਂ ਮਾੜੇ ਕਰਮ ਕਰਨੇ ਨੇ, ਤੇ ਸਾਡੇ ਤੇ ਡਿਪੈਂਡ ਕਰਦਾ, ਸਾਡੇ ਤੇ ਨਿਰਭਰ ਕਰਦਾ ਆ। ਸੋ ਆਓ ਬੜੇ ਕਰਮਾਂ ਵਾਲਿਆਂ ਕੇ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਮਿਲੇ ਨੇ। ਤੇ ਐਸੇ ਗੁਰੂ ਸਾਧ ਸੰਗਤ ਜੀ ਕ੍ਰਾਂਤੀਕਾਰੀ ਗੁਰੂ ਜਿਨ੍ਹਾਂ ਨੇ ਸਾਨੂੰ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ 'ਚ ਨਹੀਂ ਜੇ ਪਾਇਆ, ਸਾਨੂੰ ਬੜਾ ਹੀ ਸਿੱਧਾ ਸਾਦਾ ਰਸਤਾ ਦਿਖਾ ਰਹੇ ਨੇ। ਭਾਈ ਆਪਣੀ ਜ਼ਿੰਮੇਵਾਰੀਆਂ ਨਿਭਾਓ, ਆਪਣੇ ਬੱਚਿਆਂ ਨੂੰ ਖੂਬ ਪੜਾਓ, ਮਾਦੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ। ਤੇ ਆਪਣੀਆਂ ਰਾਜਨੀਤਿਕ ਸਮਾਜਿਕ ਧਾਰਮਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਾਧ ਸੰਗਤ ਜੀ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਨੂੰ ਛੱਡ ਕੇ ਸਾਨੂੰ ਆਪਣੇ ਨਾਲ ਹੀ ਜੋੜਿਆ ਸਾਧ ਸੰਗਤ ਜੀ, ਕਿ ਤੇਰੇ ਅੰਦਰ ਹੀ ਰੱਬ ਬੈਠਾ ਆ। ਘਟ ਘਟ ਵਿਆਪਕ RAM ਹੈ, ਰਾਮੈ ਬੂਝੈ ਕੋਇ।
रविदास बुझै सोई राम को, जो राम स्नेही होए। सतगुरु रविदास महाराज जी समझाना करते ने कि भाई राम तो सर्व व्यापक है, पर उसकी पहचान तो कोई विरला जीव भी कर सकता है जिसका गुरु पूरा हो, जिसनों पूरा गुरु मिल जाए। ते ओह जीव भी साध संगत जी गुरु दे दिखाए मार्ग ते चले। उस प्रभु नूं तां केवल ओही जान सकते ने जे भाई जो उस दे नाल सच्ची प्रीत करते ने, सच्चा प्रेम करते ने। साची प्रीत हम तुमसे जोरी, तुमसे जोर अवर संग तोरी। रविदास हो खालक देखिया, सकल रहो भरपूर। सब दिस देखियो व्यापिया, खालिक काही नूर। साध संगत जी सतगुरु रविदास महाराज जी कथन करते ने कि भाई मैं प्रभु नूं सारे संसार दे विच रमिया होया अनुभव करदा हां। मैनूं सब दिशावां दे विच उस परमात्मा दा नूर ही दिखाई दिंदा है। ते साध संगत जी ये अवस्था उदों ही बनदी है जदों असीं वहमां भरमां अडंबरां पखंडां चों निकलदे हां। जदों असीं गुरु दे दिखाए मार्ग ते चलदे हां, सानूं हर जीव दे विच परमात्मा दिखाई दिंदा है। मुकर मैं परछाई जो, पह पह मदै ज्यों बास। तैसो ही श्री हर बसे, हिरदै मदै रविदास। सतगुरु रविदास महाराज जी उच्चारण करते ने कि भाई जिवें दर्पण विच परछाई रहिंदी है, फुल्लां विच सुगंधी वास करदी है साध संगत जी, ऐसे प्रकार ओ परम पिता परमात्मा हर जीव दे मन रूपी मंदिर विच बैठा है। कि भाई जिवें दर्पण दे विच परछावां ते फुल्लां विच सुगंधी है पर दिखाई नहीं जे दिंदी साध संगत जी, समां आउण ते दिखदी है। ऐसे तरह वो परम पिता परमात्मा भी हर जीव दे विच बैठा है, पर दिखाई उसे नूं दिंदा साध संगत जी जो अपने अंदर बैठे परमात्मा नाल प्रीत करदा है, इधर उधर दी भटकना छड्ड के। रविदास पीव एक सकल कट, बाहर भीतर सोए। सब दिस देखियो पीव पीव, दूसर नाही कोय। सतगुरु रविदास महाराज जी फरमांदे ने कि भाई मेरा प्रीतम कण कण विच समाया होया आ। जीव दे अंदर भी वह परम पिता परमात्मा आ, जीव दे बाहर भी वह परम पिता परमात्मा आ। सब पासे वह परमात्मा दा ही खिलारा है साध संगत जी, उसे दा ही पसारा आ। ते मैनूं यह अनुभव हुंदा है कि कोई एक ही परम पिता परमात्मा है, दूसरा कोई नहीं ने। एक ब्रह्म है सकल में, और सकल ब्रह्म माहे। रविदास ब्रह्म सब पेश में, ब्रह्म बिना कुछ नाहे। सतगुरु रविदास महाराज जी फरमांदे ने कि भाई सारे संसार दे विच केवल एक ही ब्रह्म बसिया होया है, अते सारा संसार उस ब्रह्म विच समाया होया है। ते साध संगत जी जो कुछ इस संसार दे विच है सब कुछ ब्रह्म दा ही रूप है। उस एक प्रभु तो बिना होर कुछ है भी नहीं। गगन मंडल पियो रूप सो, कोट भान उजियार। रविदास मगन मनुआ पया, पिया निहार निहार। सतगुरु रविदास महाराज जी समझाना करते ने कि भाई अकाल पुरख दे प्रकाश नाल सारा गगन मंडल जगमगा रहा है। उस मालक दा करोड़ां सूरजां दे समान प्रकाश है साध संगत जी। उस प्रीतम दे दर्शन करके निहाल हो गए हैं, मन मगन हो गया है। जे सो चंदा उगवै, सूरज चढ़े हजार। ऐते चानण हुंदियां गुर बिन कोर अंधार। सतगुरु रविदास महाराज जी सानू समझा रहे ने साध संगत जी कि भाई जेकर सो सूरज उग जान, जे सो चंदा उगवै, सो चंद्रमा उग जान। जे सो चंदा उगवै, सूरज चढ़े हजार, ते भाई हजारां सूरज चढ़ जान, इन्ना सारा चानण हो जावे, पर फिर भी जिस दे कोल गुरु दा ज्ञान नहीं है ना साध संगत जी, उसदे जीवन दे विच हनेरा ही है। इन्नी महानता है गुरु दे ज्ञान दी, क्योंकि साध संगत जी गुरु दा ज्ञान ही है जो साडे मन दे विच जो हनेरा है ना, वहमा भरमा अडंबरां पखंडां दा, मैं मेरी दे हंकार दा, ये गुरु दा ज्ञान ही दूर करदा है। नाम तेरे की जोत लगाई, भयो जारो पवन सगलारे। रविदास पिय बिन जगत में, सुनी सेज ना कोय। जित देखूं तित पिय कर, प्रगट मोजरा होए।
ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਪ੍ਰਭੂ ਪ੍ਰੀਤਮ ਤੋਂ ਬਿਨਾਂ ਸੰਸਾਰ ਵਿੱਚ ਸੁੰਨੀ ਸੇਜ ਕੋਈ ਵੀ ਨਹੀਂ ਹੈ। ਭਾਵ ਪ੍ਰਭੂ ਸਾਰੇ ਬ੍ਰਹਮੰਡ ਦੇ ਕਣ ਕਣ ਵਿੱਚ ਸਮਾਇਆ ਹੋਇਆ। ਸਾਧ ਸੰਗਤ ਜੀ, ਮੈਂ ਜਿੱਧਰ ਵੀ ਦੇਖਦਾ ਆ ਉਹ ਪਰਮ ਪਿਤਾ ਪ੍ਰਮਾਤਮਾ ਨਜ਼ਰ ਆਉਂਦਾ ਆ। ਸਭ ਨੂਰਨ ਕੋ ਨੂਰ ਜੋ ਸਭ ਤੇ ਜਨਮੈ ਤੇਜ, ਰਵਿਦਾਸ ਹਮਾਰੇ ਪੀਵ ਕਰ ਸਭ ਸੋ ਅਦਭੁਤ ਸੇਜ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਮੇਰਾ ਪ੍ਰਭੂ ਪਿਆਰਾ ਸਾਰੇ ਨੂਰਾਂ ਦਾ ਨੂਰ ਹੈ। ਸਾਰਾ ਨੂਰ ਹੀ ਉਸ ਤੋਂ ਆ ਰਿਹਾ ਆ। ਸਾਰੀਆਂ ਜੋਤੀਆਂ ਨੂੰ ਜਗਾਉਣ ਵਾਲੀ ਉਹ ਇੱਕੋ ਹੀ ਜੋਤ ਹੈ ਅਤੇ ਮਹਾਨ ਤੇਜਸਵੀ ਹੈ। ਸਾਧ ਸੰਗਤ ਜੀ, ਸਭ ਤੇ ਜਨਮੈ ਤੇਜ। ਮੇਰੇ ਪ੍ਰੀਤਮ ਮਿਲਣ ਦਾ ਜੋ ਸਥਾਨ ਭਾਵ ਅੰਤःਕਰਣ ਰੂਪੀ ਸੇ ਸੰਸਾਰ ਦੀਆਂ ਸੇਜਾਂ ਨਾਲੋਂ ਅਨੋਖੀ ਤੇ ਆਨੰਦਮਈ ਹੈ। ਸਾਧ ਜਦੋਂ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਬੜਾ ਆਨੰਦ ਆਉਂਦਾ ਆ। ਜਦੋਂ ਸਾਧ ਸੰਗਤ ਜੀ ਸਾਨੂੰ ਗੁਰੂ ਦਾ ਗਿਆਨ ਮਿਲਦਾ ਹੈ ਨਾ, ਤੇ ਗੁਰੂ ਦੇ ਗਿਆਨ ਨਾਲ ਜਦੋਂ ਸਾਨੂੰ ਇਹ ਅਨੁਭਵ ਹੁੰਦਾ ਕਿ ਭਾਈ ਮੇਰੇ ਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਹੈ, ਉਹ ਸਾਰੀ ਦੁਨੀਆ ਦਾ ਮਾਲਕ ਮੇਰੇ ਅੰਦਰ ਹੀ ਬੈਠਾ ਆ, ਬੜਾ ਆਨੰਦ ਮਿਲਦਾ ਸਾਧ ਸੰਗਤ ਜੀ। ਨਹੀਂ ਤਾਂ ਸਾਧ ਸੰਗਤ ਜੀ ਤੁਸੀਂ ਦੇਖਿਆ ਆ ਬਹੁਤੇ ਜੀ ਪ੍ਰਮਾਤਮਾ ਨੂੰ ਧਾਰਮਿਕ ਸਥਾਨਾਂ ਤੇ, ਤੀਰਥ ਸਥਾਨਾਂ ਤੇ, ਜੰਗਲਾਂ, ਪਹਾੜਾਂ, ਨਦੀਆਂ 'ਚ ਲੱਭਦੇ ਫਿਰਦੇ ਨੇ। ਪਰ ਜਿਸ ਨੂੰ ਪੂਰਾ ਗੁਰੂ ਮਿਲ ਜਾਂਦਾ ਆ ਸਾਧ ਸੰਗਤ ਜੀ, ਉਹ ਇਸ ਸਰੀਰ ਦੇ ਨਾਲ ਇਨਸਾਨ ਨੂੰ ਜੋੜਦਾ ਆ ਤੇ ਅਸੀਂ ਸਰੀਰ ਦੇ ਵਿੱਚੋਂ ਹੀ ਪਰਮਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਕਰਾ ਦਿੰਦਾ ਆ। ਰਵਿਦਾਸ ਜਗਤ ਮੈਂ ਰਾਮ ਸਮ ਕੋ ਨਹੀਂ ਉਦਾਰ, ਗਨੀ ਗਰੀਬ ਨਵਾਜ ਪ੍ਰਭ ਦੀਨਨ ਕੇ ਰਖਵਾਰ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਮੇਰੇ ਪ੍ਰਭੂ ਦੇ ਸਮਾਨ ਸਭ ਦਾ ਭਲਾ ਮੰਗਣ ਵਾਲਾ ਸੰਸਾਰ ਵਿੱਚ ਉਦਾਰ ਕੋਈ ਨਹੀਂ, ਕੋਈ ਹੋਰ ਉਸ ਦੇ ਸਮਾਨ ਕੋਈ ਦੂਸਰਾ ਹੈ ਹੀ ਨਹੀਂ। ਇਹ ਬਹੁਤ ਵੱਡੀ ਸੱਚਾਈ ਹੈ ਸਾਧ ਸੰਗਤ ਜੀ ਕਿ ਪ੍ਰਮਾਤਮਾ ਬੜਾ ਦਿਆਲੂ ਹੈ। ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਗਲਤ ਹੋ ਰਿਹਾ ਆ, ਪਰ ਸਾਧ ਸੰਗਤ ਜੋ ਪਰਮ ਪਿਤਾ ਪ੍ਰਮਾਤਮਾ ਹਮੇਸ਼ਾ ਸੱਚ ਦਾ ਸਾਥ ਦਿੰਦਾ ਆ। ਸਗੋਂ ਬੁਰੇ ਕਰਮ ਕਰਨ ਵਾਲਿਆਂ ਨੂੰ ਵੀ ਉਹ ਆਵਾਜ਼ ਮਾਰਦਾ ਆ। ਜਿਵੇਂ ਇੱਕ ਮਾਂ ਹੁੰਦੀ ਨਾ ਸਾਧ ਸੰਗਤ ਜੀ, ਬੱਚਾ ਕਿੰਨਾ ਹੀ ਵਿਗੜਿਆ ਹੋਵੇ ਪਰ ਜਦੋਂ ਘਰੇ ਆਉਂਦਾ ਆ, ਮਾਂ ਦਾ ਜਿਹੜਾ ਹਿਰਦਾ ਹੈ ਹਮੇਸ਼ਾ ਉਸ ਦੇ ਅੰਦਰ ਇੱਕ ਉਮੀਦ ਹੁੰਦੀ ਹੈ ਕਿ ਭਾਈ ਮੇਰਾ ਬੱਚਾ ਅੱਜ ਵੀ ਸੁਧਰੇਗਾ, ਮੇਰਾ ਬੱਚਾ ਅੱਜ ਨਹੀਂ ਤਾਂ ਕੱਲ ਨੂੰ ਸੁਧਰੇਗਾ। ਸਾਧ ਸੰਗਤ ਜੀ ਬੜਾ ਪਿਆਰ ਕਰਦੀ ਆਪਣੇ ਬੱਚੇ ਨੂੰ, ਚਾਹੇ ਬੱਚਾ ਕਿੰਨਾ ਹੀ ਲਿਬੜਿਆ ਹੋਵੇ। ਛੋਟਾ ਜਿਹਾ ਬੱਚਾ ਸਾਧ ਸੰਗਤ ਜੀ, ਮਾਂ ਉਸ ਨੂੰ ਗਲਵਕੜੀ ਵਿੱਚ ਲੈਂਦੀ ਹੈ ਬਿਨਾਂ ਇਸ ਦੀ ਪਰਵਾਹ ਕੀਤੇ ਕਿ ਭਾਈ ਮੇਰੇ ਕੱਪੜੇ ਵੀ ਗੰਦੇ ਹੋਣਗੇ, ਕਿਉਂਕਿ ਉਹ ਇੱਕ ਮਾਂ ਹੈ ਤੇ ਬੜਾ ਪਿਆਰ ਕਰਦੀ ਹੈ। ਸਾਧ ਸੰਗਤ ਜੀ, ਲੋਕ ਭਾਵੇਂ ਦੁਰਕਾਰਦੇ ਹੋਣ, ਲੋਕਾਂ ਨੂੰ ਭਾਵੇਂ ਚੰਗਾ ਨਾ ਲੱਗਦਾ ਹੋਵੇ, ਪਰ ਇੱਕ ਮਾਂ ਦਾ ਜੋ ਹਿਰਦਾ ਆ ਸਾਧ ਸੰਗਤ ਜੀ ਆਪਣੇ ਬੱਚੇ ਲਈ ਬੜਾ ਹੀ ਦਿਆਲੂ ਰਹਿੰਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਇੱਕ ਮਾਂ ਦਾ ਹਿਰਦਾ ਹੈ ਤੇ ਪ੍ਰਮਾਤਮਾ ਦਾ ਜੋ ਹਿਰਦਾ ਆ ਉਹ ਤਾਂ ਲੱਖਾਂ ਕਰੋੜਾਂ ਮਾਵਾਂ ਵਰਗਾ ਹੈ। ਇਸ ਲਈ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ, ਜੋ ਪੇ ਹਮਨਾ ਪਾਪ ਕਰੰਤਾ ਇਹ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਕਿ ਹੇ ਜੀਵ, ਉਹ ਪਰਮਪਿਤਾ ਪ੍ਰਮਾਤਮਾ ਅਨੇਕਾਂ ਪਾਪੀਆਂ ਨੂੰ ਉਤਾਰ ਦਿੰਦਾ ਹੈ। ਗਨਕਾ ਥੀ ਕਿਸ ਕਰਮਾ ਜੋਗ ਪਰਪੁਰ ਸੰਸੋਰਮਤੀ ਭੋਗ, ਨਿਸਬਾਸਰ ਦੁਸ਼ਕਰਮ ਕਮਾਈ, ਰਾਮ ਕਹਿਤ ਬੈਕੁੰਠੇ ਜਾਈ। ਕਿ ਸਾਧ ਸੰਗਤ ਜੀ, ਕੋਈ ਵੀ ਜੀਵ ਜੋ ਪਾਪ ਕਰਦਾ ਆ, ਜਦੋਂ ਉਸਦੇ ਮਨ ਦੇ ਵਿੱਚ ਪਛਤਾਵਾ ਆਉਂਦਾ ਨਾ ਸਾਧ ਸੰਗਤ ਜੀ, ਸੱਚਾ ਹੋਵੇ ਪਛਤਾਵਾ, ਤਾਂ ਪਰਮਪਿਤਾ ਪ੍ਰਮਾਤਮਾ ਉਸ ਨੂੰ ਬਖਸ਼ ਦਿੰਦਾ ਆ। ਬੜੇ ਪਾਪੀ ਬਖਸ਼ੇ ਨੇ ਪ੍ਰਮਾਤਮਾ ਨੇ। ਤੇ ਜਦੋਂ ਵੀ ਅਸੀਂ ਬੁਰਾ ਕਰਮ ਕਰਦੇ ਆ ਨਾ, ਪ੍ਰਮਾਤਮਾ ਦੀ ਆਵਾਜ਼ ਸਾਧ ਸੰਗਤ ਜੀ ਹਰ ਕਿਸੇ ਨੂੰ ਪੈਂਦੀ ਹੈ, ਭਾਈ ਇਹ ਮਾੜਾ ਕੰਮ ਨਾ ਕਰ। ਇਹ ਵੱਖਰੀ ਗੱਲ ਹੈ ਕਿ ਕੋਈ ਜੀਵ ਉਸ ਬੁਰੇ ਕਰਮ ਕਰਨ ਵੇਲੇ ਉਸ ਪ੍ਰਮਾਤਮਾ ਦੀ ਆਵਾਜ਼ ਨੂੰ ਸੁਣ ਲੈਂਦਾ ਜਾਂ ਕੋਈ ਨਹੀਂ ਜੇ ਸੁਣਦਾ। ਪਰ ਸਾਧ ਸੰਗਤ ਜੀ, ਜਦੋਂ ਵੀ ਅਸੀਂ ਮਾੜਾ ਕਰਮ ਕਰਦੇ ਹਾਂ, ਪ੍ਰਮਾਤਮਾ ਜ਼ਰੂਰ ਸਾਨੂੰ ਆਵਾਜ਼ ਮਾਰਦਾ ਹੈ ਕਿ ਭਾਈ ਇਹ ਮਾੜਾ ਕਰਮ ਹੈ, ਨਾ ਕਰ। ਤੇ ਸਾਧ ਸੰਗਤ ਜੀ, ਅੰਤ ਤੱਕ ਉਹ ਸਾਨੂੰ ਆਵਾਜ਼ਾਂ ਮਾਰਦਾ, ਕਦੇ ਗੁਰਬਾਣੀ ਦੇ ਵਿੱਚ, ਕਦੇ ਗੁਰੂਆਂ ਦੇ ਰੂਪ ਦੇ ਵਿੱਚ, ਕਦੇ ਸਾਧ ਸੰਗਤ ਦੇ ਰੂਪ ਦੇ ਵਿੱਚ। ਸਾਧ ਸੰਗਤ ਜੀ, ਕਦੇ ਸਤਸੰਗ ਦੇ ਵਿੱਚ, ਕਦੇ ਕੀਰਤਨ ਦੇ ਵਿੱਚ, ਉਹ ਸਾਨੂੰ ਹਮੇਸ਼ਾ ਹੀ ਆਵਾਜ਼ ਮਾਰਦਾ। ਸਾਨੂੰ ਲੱਗਦਾ ਹੈ ਕਿ ਸਾਨੂੰ ਨਹੀਂ ਜੇ ਦੇਖ ਰਿਹਾ, ਉਹ ਪਰਮਪਿਤਾ ਪ੍ਰਮਾਤਮਾ ਹਮੇਸ਼ਾ ਸਾਨੂੰ ਦੇਖਦਾ ਰਹਿੰਦਾ। ਸਾਧ ਸੰਗਤ ਜੀ, ਤੇ ਆਓ ਸਾਡੇ ਮਨ ਦੇ ਵਿੱਚ ਭਾਵੇਂ ਕਿੰਨਾ ਹੀ ਕੂੜ ਪਸਾਰ ਹੋਵੇ, ਕਿੰਨਾ ਹੀ ਪਾਪ ਹੋਵੇ, ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਿਖਾਏ ਮਾਰਗ ਤੇ ਚੱਲੀਏ। ਤੇ ਸਾਧ ਸੰਗਤ ਜੀ, ਅਸੀਂ ਪਿਛਲਾ ਕਰਮ ਨਹੀਂ ਜੇ ਦੇਖਣਾ, ਪਿਛਲੇ ਕਰਮਾਂ ਦੇ ਵਿੱਚ ਅਸੀਂ ਕਿੰਨੇ ਚੰਗੇ ਸੀ ਜਾਂ ਮਾੜੇ ਸੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਜੋ ਸੱਚੇ ਮਨ ਦੇ ਨਾਲ ਸਤਿਗੁਰਾਂ ਦੇ ਦਰਬਾਰ 'ਚ ਆਉਂਦੇ ਨੇ, ਪਿਛਲੀਆਂ ਭੁੱਲਾਂ ਨੂੰ ਭੁੱਲ ਕੇ ਕਿ ਹੇ ਪ੍ਰਮਾਤਮਾ ਮੇਰੇ ਤੋਂ ਬੜੀਆਂ ਭੁੱਲਾਂ ਹੋਈਆਂ ਨੇ, ਪਰ ਅੱਜ ਤੋਂ ਬਾਅਦ ਮੈਂ ਤੇਰਾ ਚੇਲਾ ਹਾਂ
ਤੇ ਜੋ ਤੁਸੀਂ ਮਾਰਗ ਦਿਖਾਇਆ ਮੈਂ ਉਸੇ ਮਾਰਗ ਤੇ ਚੱਲਾਂਗਾ। ਤਾਂ ਸਾਧ ਸੰਗਤ ਜੀ, ਪ੍ਰਮਾਤਮਾ ਦਾ ਜੋ ਹਿਰਦਾ ਆ ਉਹ ਲੱਖਾਂ ਕਰੋੜਾਂ ਮਾਵਾਂ ਵਰਗਾ ਹੈ, ਬਖਸ਼ ਦਿੰਦਾ ਹੈ। ਪਰ ਜੀਵ ਆਵੇ ਸੱਚੇ ਮਨ ਦੇ ਨਾਲ, ਕਿਉਂਕਿ ਪ੍ਰਮਾਤਮਾ ਦੇ ਦਰਬਾਰ 'ਚ ਚੁਸਤ ਚਲਾਕੀਆਂ ਨਹੀਂ ਜੀ ਚੱਲਦੀਆਂ ਸਾਧ ਸੰਗਤ ਜੀ। ਤੇ ਜੋ ਵੀ ਸੱਚੇ ਮਨ ਦੇ ਨਾਲ ਪਛਤਾਵਾ ਲੈ ਕੇ ਆਉਂਦਾ ਆ, ਉਹ ਪਰਮ ਪਿਤਾ ਪ੍ਰਮਾਤਮਾ ਉਸ ਨੂੰ ਬਖਸ਼ ਦਿੰਦਾ ਆ। ਰਵਿਦਾਸ ਜਗਤ ਮੈਂ ਰਾਮ ਸਮ ਕੋਈ ਨਹੀਂ ਉਦਾਰ, ਕੇ ਭਾਈ ਉਸਦੇ ਵਰਗਾ ਉਦਾਰ ਦਿਲ ਵਾਲਾ ਕੋਈ ਹੈ ਹੀ ਨਹੀਂ। ਗਨੀ ਗਰੀਬ ਨਵਾਜ ਪ੍ਰਭ ਦੀਨਨ ਕੇ ਰਖਵਾਰ, ਉਹ ਬੜਾ ਕਿਰਪਾਲੂ ਤੇ ਧਨੀਏ, ਗਰੀਬਾਂ ਨੂੰ ਨਿਵਾਜਣ ਵਾਲਾ ਰੱਖਿਅਕ ਹੈ। ਹਮਸਰ ਦੀਨ ਦਿਆਲ ਨਾ ਤੁਮ ਸਰਬ ਤਿਆਰ ਕਰ ਕੀਜੈ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਤਰੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੋ ਸੱਚ ਦੇ ਮਾਰਗ ਤੇ ਚੱਲਦਾ ਆ ਨਾ, ਐਸੇ ਜੀਵਾਂ ਨੂੰ ਪਰਮ ਪਿਤਾ ਪ੍ਰਮਾਤਮਾ ਨਵਾਜਦਾ। ਉਹ ਗਰੀਬਾਂ ਦੇ ਸਿਰ ਤੇ ਵੀ ਸੋਨੇ ਦਾ ਛਤਰ ਝੁਲਾ ਦਿੰਦਾ ਹੈ। ਪਰ ਜੀਵ ਚੱਲੇ ਸੱਚ ਦੇ ਮਾਰਗ ਤੇ ਸਾਧ ਸੰਗਤ ਜੀ। ਸੋ ਆਓ ਸਾਧ ਸੰਗਤ ਜੀ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ ਆ ਰਿਹਾ ਆ, ਸਾਰੇ ਜਗਤ ਦੇ ਵਿੱਚ ਪ੍ਰਭਾਤ ਫੇਰੀਆਂ ਚੱਲ ਰਹੀਆਂ ਨੇ, ਨਗਰ ਕੀਰਤਨ ਸਜਾਏ ਜਾ ਰਹੇ ਨੇ। ਜਿੰਨੇ ਵੀ ਜੀਵ ਨੇ ਜੋ ਗੁਰੂਆਂ ਨੂੰ ਪਿਆਰ ਕਰਦੇ ਨੇ ਸਾਧ ਸੰਗਤ ਜੀ, ਉਹ ਬੜੇ ਹੀ ਸ਼ਰਧਾ ਦੇ ਨਾਲ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਵਸ ਮਨਾ ਰਹੇ ਨੇ, ਤਿਆਰੀਆਂ ਕਰ ਰਹੇ ਨੇ। ਕਾਸ਼ੀ ਬਨਾਰਸ ਵੀ ਜਾਣਾ ਹੈ। ਪਰ ਸਾਧ ਸੰਗਤ ਜੀ, ਸਾਡਾ ਜਨਮ ਦਿਨ ਮਨਾਉਣ ਦਾ ਉਦੋਂ ਹੀ ਫਾਇਦਾ ਹੋਵੇਗਾ ਜਦੋਂ ਅਸੀਂ ਗੁਰੂਆਂ ਦੇ ਦਿਖਾਏ ਮਾਰਗ ਤੇ ਵੀ ਚੱਲੀਏ। ਜੇਕਰ ਅਸੀਂ ਗੁਰੂਆਂ ਦੇ ਦਿਖਾਏ ਮਾਰਗ ਤੇ ਚੱਲਦੇ ਹਾਂ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਬੜੇ ਪ੍ਰਸੰਨ ਹੁੰਦੇ ਨੇ ਕਿ ਭਾਈ ਇਹ ਜੋ ਜੀਵ ਹੈ ਮੇਰੇ ਦਿਖਾਏ ਮਾਰਗ ਤੇ ਚੱਲ ਰਿਹਾ। ਤੇ ਸਤਿਗੁਰੂ ਜੀ ਸਾਨੂੰ ਸੱਚ ਦੇ ਮਾਰਗ ਤੇ ਤੋਰ ਰਹੇ ਨੇ। ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਤੋਂ ਬਚਾ ਕੇ ਸਾਨੂੰ ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ ਜੋੜ ਰਹੇ ਨੇ। ਸੋ ਆਓ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਸ਼ਲੋਕਾਂ ਵਿੱਚ ਸਤਿਗੁਰਾਂ ਨੇ ਸਾਨੂੰ ਇਹੀ ਸਮਝਾਇਆ ਆ ਕਿ ਭਾਈ ਪ੍ਰਮਾਤਮਾ ਕਿਸੇ ਇੱਕ ਸਥਾਨ ਤੇ ਨਹੀਂ ਜੇ ਬੈਠਾ, ਉਹ ਸਰਵ ਵਿਆਪਕ ਹੈ, ਹਰ ਜੀਵ ਦੇ ਵਿੱਚ ਬੈਠਾ ਹੈ। ਮਿਲੇਗਾ ਕਿਵੇਂ? ਜਦੋਂ ਅਸੀਂ ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾਵਾਂਗੇ, ਆਪਣੀ ਜ਼ਿੰਮੇਵਾਰੀਆਂ ਨਿਭਾਵਾਂਗੇ ਸਾਧ ਸੰਗਤ ਜੀ, ਪਰਿਵਾਰਕ, ਸਮਾਜਿਕ, ਰਾਜਨੀਤਿਕ, ਤੇ ਜੀਵਾਂ ਨਾਲ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰਾਂਗੇ ਤਾਂ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਸਭ ਕੁਝ ਕਰਮੈ ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਭਲਾਈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ। ਮਨ ਰੇ ਨਾਮ ਜਪੋ ਸੁਖ ਹੋਏ, ਕਿ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਦਾ ਨਾਮ ਹੀ ਹੈ ਜੋ ਸਾਨੂੰ ਤਾਰਦਾ ਆ। ਸੋ ਆਓ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨੀ ਲੱਗੀ ਸਾਧ ਸੰਗਤ ਜੀ। ਪਾਵਨ ਪਵਿੱਤਰ ਉਹਨਾਂ ਦਾ ਗੁਰਪੁਰਬ ਆ ਰਿਹਾ ਆ, ਤੇ ਗੁਰਪੁਰਬ ਦਾ ਮਤਲਬ ਇਹੀ ਹੈ ਕਿ ਉਹਨਾਂ ਨੂੰ ਯਾਦ ਕਰੀਏ, ਗੁਰਬਾਣੀ ਪੜ੍ਹੀਏ ਤੇ ਉਸ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ। ਜਿਵੇਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਅਸੀਂ ਜਨਮ ਦਿਵਸ ਮਨਾਉਂਦੇ ਹਾਂ, ਜਦੋਂ ਉਹਨਾਂ ਦਾ ਜਨਮ ਦਿਵਸ ਮਨਾਉਂਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ। ਤੇ ਉਹਨਾਂ ਦੇ ਵੀ ਪਾਵਨ ਪਵਿੱਤਰ ਵਚਨ ਉਹੀ ਸਨ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ। ਪੜੋ, ਜੁੜੋ, ਸੰਘਰਸ਼ ਕਰੋ। ਜਿਵੇਂ ਬਾਬਾ ਸਾਹਿਬ ਨੇ ਫਰਮਾਇਆ ਸੀ, ਪੜੋ। ਸਤਿਗੁਰੂ ਜੀ ਫਰਮਾਉਂਦੇ ਨੇ, ਮਾਧੋ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੇ ਸਦਾ ਗਿਆਨ। ਰਵਿਦਾਸ ਕਹੈ ਬਿਨ ਵਿਦਿਆ ਨਰ ਕੋ ਜਾਨ ਜਾਨ, ਕਿ ਭਾਈ ਸਿੱਖਿਆ ਤੋਂ ਬਗੈਰ ਤੂੰ ਕੁਝ ਵੀ ਨਹੀਂ। ਤੇ ਸੱਚੇ ਸਾਧ ਸੰਗਤ ਜੀ, ਅਸੀਂ ਸਿੱਖਿਆ ਤੋਂ ਬਗੈਰ ਕੁਝ ਵੀ ਨਹੀਂ। ਆਪਣੇ ਬੱਚਿਆਂ ਨੂੰ ਖੂਬ ਪੜਾਓ। ਸਕੂਲਾਂ ਕਾਲਜਾਂ ਦੀ ਪੜ੍ਹਾਈ ਬੜੀ ਜ਼ਰੂਰੀ ਹੈ ਤਾਂ ਜੋ ਬੱਚੇ ਸਿੱਖਿਆ ਪ੍ਰਾਪਤ ਕਰਕੇ ਵੱਡੇ ਵੱਡੇ ਅਹੁਦਿਆਂ ਤੇ ਜਾ ਸਕਣ। ਤੇ ਜੇ ਸਾਧ ਸੰਗਤ ਜੀ ਉਹਨਾਂ ਨੂੰ ਬਿਜ਼ਨਸ ਦੇ ਵਿੱਚ ਲੈ ਕੇ ਆਓ, ਜਿਸ ਵੀ ਖੇਤਰ ਦੇ ਵਿੱਚ ਉਹ ਜਾਣਾ ਚਾਹੁੰਦਾ ਆ, ਕੋਈ ਖਿਡਾਰੀ ਬਣਨਾ ਚਾਹੁੰਦਾ ਹੈ ਸਾਧ ਸੰਗਤ ਜੀ, ਕਿਸੇ ਹੋਰ ਪੇਸ਼ੇ ਵਿੱਚ ਜਾਣਾ ਚਾਹੁੰਦਾ ਹੈ, ਜੋ ਬੱਚੇ ਦਾ ਮਨ ਹੈ ਉਸ ਨੂੰ ਪੜ੍ਹਾ ਲਿਖਾ ਕੇ ਅਸੀਂ ਉਧਰ ਲੈ ਕੇ ਆਈਏ। ਤੇ ਨਾਲ ਨਾਲ ਅਸੀਂ ਬੱਚਿਆਂ ਨੂੰ ਗੁਰਬਾਣੀ ਦਾ ਗਿਆਨ ਵੀ ਦੇਣਾ ਹੈ ਤਾਂ ਜੋ ਕਿਤੇ ਵਹਿਮਾਂ ਭਰਮਾਂ ਦੇ ਸ਼ਿਕਾਰ ਨਾ ਹੋ ਜਾਣ। ਬਹੁਤੇ ਜੀਵ ਨੇ ਸਾਧ ਸੰਗਤ ਜੀ ਬੜੇ ਪੜ੍ਹੇ ਲਿਖੇ ਨੇ ਪਰ ਵਹਿਮਾਂ ਭਰਮਾਂ ਦੇ ਸ਼ਿਕਾਰ ਨੇ, ਮਾਨਸਿਕ ਤੌਰ ਤੇ ਕਮਜ਼ੋਰ ਨੇ। ਤੇ ਇਸ ਲਈ ਬਾਬਾ ਸਾਹਿਬ ਨੇ ਵੀ ਸਾਨੂੰ ਪਹਿਲਾ ਉਪਦੇਸ਼ ਦਿੱਤਾ ਸੀ, ਪੜੋ। ਸਤਿਗੁਰੂ ਜੀ ਵੀ ਫਰਮਾਉਂਦੇ ਨੇ, ਮਾਧੋ ਅਵਿਦਿਆ ਹਿਤ ਕੀਨ, ਕਿ ਭਾਈ ਸਿੱਖਿਆ ਤੋਂ ਬਗੈਰ ਸਾਡੀ ਜੋ ਮੱਤ ਹੈ ਬੜੀ ਮੈਲੀ ਹੈ। ਬਾਬਾ ਸਾਹਿਬ ਦਾ ਦੂਸਰਾ ਉਪਦੇਸ਼ ਸੀ, ਜੁੜੋ। ਸਤਿਗੁਰੂ ਜੀ ਫਰਮਾਉਂਦੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀ ਰਾ, ਕਿ ਭਾਈ ਅਸੀਂ ਸੱਚ ਦੇ ਨਾਲ ਜੁੜਨਾ ਹੈ। ਤੇ ਸਾਧ ਸੰਗਤ ਜੀ ਸੱਚ ਦੇ ਨਾਲ ਇਸ ਪ੍ਰਕਾਰ ਜੁੜਨਾ ਆ ਕਿ ਜਿਵੇਂ ਮਧੂਮੱਖੀਆਂ ਜੁੜਦੀਆਂ ਨੇ। ਸਾਧ ਸੰਗਤ ਜੀ ਮਧੂਮੱਖੀਆਂ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦੀਆਂ ਨੇ ਤੇ ਜੋ ਵੀ ਬੁਰਾਈ ਦਾ ਸਾਹਮਣਾ ਹੈ ਉਹ ਰਲ ਮਿਲ ਕੇ ਕਰਦੀਆਂ ਨੇ। ਇਹੀ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਾਬਾ ਸਾਹਿਬ ਨੇ ਬਖਸ਼ਿਆ ਸੀ, ਭਾਈ ਜੁੜੋ, ਆਪਸ ਵਿੱਚ ਜੁੜ ਕੇ ਰਹੋ। ਤੇ ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਸਤਸੰਗਤ, ਸੱਚ ਦੇ ਨਾਲ ਜੁੜਨਾ ਹੈ, ਅਸੀਂ ਸਤਸੰਗ ਦੇ ਵਿੱਚ ਰਲ ਮਿਲ ਕੇ ਬੈਠਣਾ ਹੈ।
ਤੇ ਸੱਚ ਕੀ ਹੈ ਸਾਧ ਸੰਗਤ ਜੀ? ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸੱਚ ਇਹੀ ਹੈ, ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਤੋਂ ਬਚ ਕੇ ਐਸਾ ਰਾਜ ਲੈ ਕੇ ਆਓ ਕਿ ਜਿਸ ਦੇ ਵਿੱਚ ਨਾ ਕੋਈ ਵੱਡਾ ਹੋਵੇ ਨਾ ਕੋਈ ਛੋਟਾ ਹੋਵੇ, ਜਿਸ ਦੇ ਵਿੱਚ ਸਭ ਦਾ ਹੀ ਭਲਾ ਹੋਵੇ। ਤੇ ਤੀਸਰਾ ਉਪਦੇਸ਼ ਬਾਬਾ ਸਾਹਿਬ ਦਾ ਸੀ ਸਾਧ ਸੰਗਤ ਜੀ, ਸੰਘਰਸ਼ ਕਰੋ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ, ਪਰਾਧੀਨਤਾ ਪਾਪ ਹੈ ਜਾਣ ਲਿਓ ਰਮੀਤ, ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੇ ਕਰਦਾ ਸਾਧ ਸੰਗਤ ਜੀ। ਗੁਲਾਮੀ ਭਾਵੇਂ ਮਾਨਸਿਕ ਹੋਵੇ ਭਾਵੇਂ ਸਰੀਰਕ ਹੋਵੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਚਾਹੇ ਤੁਸੀਂ ਮਾਨਸਿਕ ਤੌਰ ਤੇ ਗੁਲਾਮ ਹੋ, ਚਾਹੇ ਤੁਸੀਂ ਸਰੀਰਕ ਤੌਰ ਤੇ ਗੁਲਾਮ ਹੋ, ਗੁਲਾਮੀ ਹਰ ਪ੍ਰਕਾਰ ਦੀ ਮਾੜੀ ਹੁੰਦੀ ਹੈ। ਤੇ ਇਸ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਸਾਧ ਸੰਗਤ ਜੀ ਅਸੀਂ ਸੰਘਰਸ਼ ਕਰਨਾ ਹੈ। ਪੜੋ ਜੁੜੋ ਸੰਘਰਸ਼ ਕਰੋ। ਰਵਿਦਾਸ ਸੋਈ ਸੂਰਾ ਭਲਾ, ਜੋ ਲਰੈ ਧਰਮ ਕੇ ਹੇਤ, ਅੰਗ ਅੰਗ ਕਟ ਭੂਇੰਗਰੈ, ਤੋ ਨਾ ਛਾੜੈ ਖੇਤ। ਕਿ ਭਾਈ ਸੱਚਾ ਸੂਰਬੀਰ ਧਰਮ ਰੱਖਿਅਕ ਉਹੀ ਹੈ ਜੋ ਸੱਚ ਲਈ ਲੜਦਾ ਹੈ। ਭਾਵੇਂ ਉਸਦਾ ਸਰੀਰ ਸਾਧ ਸੰਗਤ ਜੀ ਸ਼ਹੀਦ ਹੋ ਜਾਵੇ, ਅੰਗ ਅੰਗ ਕੱਟ ਜਾਵੇ, ਪਰ ਉਹ ਸੱਚ ਦਾ ਸਾਥ ਨਹੀਂ ਜੇ ਛੱਡਦਾ, ਉਹ ਮੈਦਾਨ ਨਹੀਂ ਜੇ ਛੱਡਦਾ। ਰਵਿਦਾਸ ਸੋਈ ਸੂਰਾ ਭਲਾ, ਜੋ ਲਰੈ ਧਰਮ ਕੇ ਹੇਤ, ਅੰਗ ਅੰਗ ਕਟ ਭੂਇੰਗਰੈ, ਤੋ ਨਾ ਛਾੜੈ ਖੇਤ। ਧਰਮ ਹੇਤ ਸੰਗਰਾਮ ਮੈਂ ਜੋ ਕੋ ਕਟਾਏ ਸੀਸ, ਸੋ ਜੀਵਨ ਸਫਲਾ ਪਿਆ ਰਵਿਦਾਸ ਮਿਲੈ ਜਗਦੀਸ਼। ਤੇ ਆਓ ਸਾਧ ਸੰਗਤ ਜੀ ਪੜੋ ਜੁੜੋ ਸੰਘਰਸ਼ ਕਰੋ। ਤੇ ਐਸਾ ਰਾਜ ਸਤਿਗੁਰਾਂ ਨੇ ਫਰਮਾਇਆ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸਮ ਵਸੈ ਰਵਿਦਾਸ ਰਹਿ ਪ੍ਰਸੰਨ। ਕਿ ਭਾਈ ਐਸਾ ਰਾਜ ਹੋਵੇ, ਨਾ ਕੋਈ ਵੱਡਾ ਹੋਵੇ ਨਾ ਕੋਈ ਛੋਟਾ ਹੋਵੇ, ਨਾ ਕੋਈ ਜਾਤੀ ਭੇਦਭਾਵ ਹੋਵੇ ਸਾਧ ਸੰਗਤ ਜੀ, ਕਿਸੇ ਪ੍ਰਕਾਰ ਦਾ ਕੋਈ ਦੁੱਖ ਨਾ ਹੋਵੇ। ਤੇ ਪਰ ਕਾ ਬੁਰਾ ਨਾ ਰਾਖੋ ਚੇ ਤੁਮਕੋ ਦੁੱਖ ਨਹੀਂ ਪਾਈ ਮੀਤ। ਇਹੀ ਸਾਨੂੰ ਗੁਰਬਾਣੀ ਸਿਖਾਉਂਦੀ ਹੈ ਕਿ ਭਾਈ ਹਰ ਕਿਸੇ ਦਾ ਭਲਾ ਮੰਗਿਆ ਕਰ। ਤੇ ਜੋ ਸਭ ਦਾ ਭਲਾ ਕਰਦਾ ਆ, ਸਭ ਦਾ ਭਲਾ ਮੰਗਦਾ, ਸਤਿਗੁਰੂ ਜੀ ਫਰਮਾਉਂਦੇ ਪ੍ਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ ਅੱਜ ਪ੍ਰਵਾਨ ਕਰਨਾ। ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा, ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੈ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ 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 ਸੋਹੰ ਸਤਨਾਮ, ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ। ਸਤਨਾਮ 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 ਸੋਹੰ ਸਤਨਾਮ।